हाँ जी स्टूडेंट्स वेलकम करते हैं ਤੁਹਾਡਾ ਤੋਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਕਿ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਆ, ਜਿਨ੍ਹਾਂ ਨੂੰ ਤੁਸੀਂ ਲਰਨ ਕਰਕੇ ਐਗਜ਼ਾਮ ਦੇ ਵਿੱਚ ਐਨ ਵਧੀਆ ਮਾਰਕਸ ਲੈ ਕੇ ਪਾਸ ਹੋ ਸਕਦੇ ਹੋ। ਮੋਸਟ ਇੰਪੋਰਟੈਂਟ ਕੁਐਸਚਨਸ ਨੇ ਹਰ ਯੂਨਿਟ ਦੇ ਵਿੱਚੋਂ, ਫਸਟ ਸੈਕੰਡ ਥਰਡ ਫੋਰਥ ਯੂਨਿਟ ਦੇ ਵਿੱਚੋਂ, ਠੀਕ ਹੈ। ਤੇ ਬਹੁਤ ਥੋੜੇ ਕੁਐਸਚਨਸ ਨੇ ਤੇ ਹੈ ਵੀ ਮੋਸਟ ਇੰਪੋਰਟੈਂਟ ਨੇ। ਤੇ ਸਟੂਡੈਂਟਸ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਕਿ ਸਿਲੇਬਸ ਬਾਰੇ ਥੋੜੀ ਇੰਟਰੋ ਦਿੰਦੀ ਹਾਂ। हाँ जी, ਤੁਹਾਡਾ ਜਿਹੜਾ ਕਿ ਸਿਲੇਬਸ ਹੈ ਇਹ ਸਟੂਡੈਂਟਸ, ਤੁਹਾਡਾ ਐਗਜ਼ਾਮ ਹੈ ਜਿਹੜੇ ਕਿ 80 ਮਾਰਕਸ ਦਾ ਹੋਣਾ। 80 ਮਾਰਕਸ ਦਾ ਐਗਜ਼ਾਮ ਹੋਣਾ, ਜਿਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਪੇਪਰ ਦੇ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ ਪੇਪਰ ਪੈਟਰਨ ਵੀ ਮੈਂ ਡਿਸਕਸ ਕਰ ਰਹੀ ਹਾਂ। ਤੇ ਸਭ ਤੋਂ ਸਟਾਰਟਿੰਗ ਦੇ ਵਿੱਚ ਤੁਹਾਡੇ ਨੂੰ ਸ਼ਾਰਟ ਕੁਐਸਚਨ ਆਉਣਗੇ। ਸ਼ਾਰਟ ਕੁਐਸਚਨ ਆਉਣਗੇ ਸਟੂਡੈਂਟਸ 2 ਮਾਰਕਸ ਦੇ 10 ਆਉਣਗੇ। ਇਹਨਾਂ ਦੇ ਵਿੱਚ ਕੋਈ ਚੁਆਇਸ ਨਹੀਂ ਹੋਊਗੀ। 10 ਦੇ 10 ਕੁਐਸਚਨ ਤੁਹਾਨੂੰ ਕਰਨੇ ਹੋਣਗੇ, ਇਹਨਾਂ ਦੇ ਵਿੱਚ ਕੋਈ ਚੁਆਇਸ ਨਹੀਂ ਹੋਊਗੀ ਤੇ ਇਹ 2 ਮਾਰਕਸ ਦੇ ਹੋਣਗੇ, ਠੀਕ ਹੈ। ਸੋ ਇਹਨਾਂ 10 ਕੁਐਸਚਨਾਂ ਦੇ ਲਈ ਤੁਹਾਨੂੰ ਜਿਹੜੇ ਵੀ ਤੁਹਾਡੇ ਕੁਐਸਚਨਸ ਨੇ, ਠੀਕ ਹੈ, ਇੱਕ ਤਾਂ ਤੁਹਾਡੇ ਲੌਂਗ ਕੁਐਸਚਨ ਤੁਸੀਂ ਕਰੋਗੇ ਉਹਦੇ ਵਿੱਚੋਂ ਕਵਰ ਹੋ ਜਾਣਗੇ, ਤੇ ਜਿਹੜੇ ਚੈਪਟਰਾਂ ਦੇ ਆਪਾਂ ਲੌਂਗ ਕੁਐਸਚਨ ਨਹੀਂ ਕਰਾਂਗੇ ਉਹਨਾਂ ਦੇ ਤੁਸੀਂ ਸ਼ਾਰਟ ਕੁਐਸਚਨ ਜ਼ਰੂਰ ਰੀਡ ਕਰਨੇ ਨੇ, ਤਾਂ ਕਿ ਤੁਹਾਡੇ ਸ਼ਾਰਟ ਕੁਐਸਚਨ ਕੋਈ ਸਕਿਪ ਨਾ ਹੋਵੇ, ਠੀਕ ਹੈ। ਵੈਸੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਲਈ ਸ਼ਾਰਟ ਕੁਐਸਚਨਸ ਲੈ ਕੇ ਆਵਾਂ। ਉਸ ਤੋਂ ਬਾਅਦ ਤੁਹਾਡੇ ਜਿਹੜੇ ਕਿ ਯੂਨਿਟ, ਹਾਂਜੀ, ਤੇ ਤੁਹਾਨੂੰ ਜਿਹੜੇ ਕਿ ਲੌਂਗ ਕੁਐਸਚਨ ਹੁਣ ਕਿੰਨੇ ਆਉਣੇ ਨੇ? ਲੌਂਗ ਕੁਐਸਚਨ ਸਟੂਡੈਂਟਸ ਤੁਹਾਨੂੰ ਆਉਣੇ ਨੇ, ਪਹਿਲਾਂ ਸ਼ਾਰਟ 10 ਹੋ ਗਏ, ਦੈਨ ਉਸ ਤੋਂ ਬਾਅਦ ਪਾਰਟ 1 ਦੇ ਵਿੱਚ ਤਾਂ ਤੁਹਾਨੂੰ ਸ਼ਾਰਟ ਕੁਐਸਚਨ ਹੋ ਗਏ, ਤੇ ਪਾਰਟ ਸੈਕਿੰਡ ਥਰਡ ਫੋਰਥ ਤੇ ਫਿਫਥ, ਠੀਕ ਹੈ। ਇਹਨਾਂ ਦੇ ਵਿੱਚ ਜਿਹੜੇ ਤੁਹਾਡੇ ਸਿਲੇਬਸ ਦੇ ਯੂਨਿਟ ਫਸਟ ਸੈਕਿੰਡ ਥਰਡ ਫੋਰਥ ਬਣੇ ਹੋਏ ਨੇ, ਇਹਨਾਂ ਦੇ ਵਿੱਚੋਂ ਕੁਐਸਚਨ ਆਉਣਗੇ 2 ਕੁਐਸਚਨ, ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਹੋਊਗਾ। ਇੱਕ ਤੁਹਾਨੂੰ ਫਸਟ ਯੂਨਿਟ 'ਚ ਆਊਗਾ ਕੁਐਸਚਨ, ਜਿਨ੍ਹਾਂ ਦੇ ਵਿੱਚ 2 ਆਉਣਗੇ, ਤੁਸੀਂ ਇੱਕ ਕਰਨਾ ਹੋਊਗਾ। ਸੈਕਿੰਡ ਯੂਨਿਟ 'ਚ ਵੀ 2 ਤੁਹਾਨੂੰ ਆਉਣਗੇ, ਜਿਹਨੂੰ ਤੁਸੀਂ ਇੱਕ ਕਰਨਾ ਹੋਊਗਾ। ਥਰਡ 'ਚ ਵੀ ਤੁਹਾਨੂੰ 2 ਆਉਣਗੇ, ਤੁਸੀਂ ਇੱਕ ਕਰਨਾ ਹੋਊਗਾ। ਫੋਰਥ 'ਚ ਵੀ ਤੁਹਾਨੂੰ 2 ਕੁਐਸਚਨ ਆਉਣਗੇ, ਤੁਸੀਂ ਇੱਕ ਕਰਨਾ ਹੋਊਗਾ, ਭਾਵੇਂ ਕਿ ਇਹਦੇ ਵਿੱਚ ਤੁਹਾਡੇ ਕੋਲ ਚੁਆਇਸ ਹੋਊਗੀ। ਤੇ ਹਰ ਕੁਐਸਚਨ 15 ਮਾਰਕਸ ਦਾ ਹੋਊਗਾ, 15 ਮਾਰਕਸ ਦਾ। ਤੇ ਕੁਐਸਚਨ ਕਰਨਾ ਕਿਵੇਂ? ਪਹਿਲਾਂ ਤੁਸੀਂ ਉਹਦੀ ਇੰਟਰੋਡਕਸ਼ਨ ਦੇਣੀ ਹੈ। ਅਗਰ ਤੁਹਾਨੂੰ ਕਿਸੇ ਦੀ ਪਰਿਭਾਸ਼ਾ ਆਉਂਦੀ ਹੈ ਤਾਂ ਪਰਿਭਾਸ਼ਾ ਦਿਓ, ਫਿਰ ਉਹਦੇ ਬਾਰੇ ਜੋ ਪੁੱਛਿਆ ਗਿਆ ਟੌਪਿਕ ਸੇ ਫਿਰ ਉਹ ਡਿਸਕਸ ਕਰੋ, ਦੈਨ ਐਂਡ ਦੇ ਵਿੱਚ ਤੁਸੀਂ ਸੀਟਾਂ ਲਿਖ ਸਕਦੇ ਹੋ, ਠੀਕ ਹੈ। ਤੇ ਤੁਹਾਡੇ ਯੂਨਿਟ ਫਸਟ ਸੈਕਿੰਡ ਥਰਡ ਦੇ ਵਿੱਚ ਇਹ ਤੁਹਾਡਾ ਸਿਲੇਬਸ ਹੈ, ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਦੱਸ ਰਹੀ ਹਾਂ ਕਿ ਫਿਜ਼ੀਕਲ ਐਜੂਕੇਸ਼ਨ, ਠੀਕ ਹੈ, ਸਰੀਰਕ ਸਿੱਖਿਆ ਇਹਦੇ ਵਿੱਚੋਂ, ਤੇ ਹੈਲਥ ਐਜੂਕੇਸ਼ਨ ਸਿਹਤ ਸਿੱਖਿਆ, ਇਹ ਤੁਸੀਂ ਟੌਪਿਕ ਕਰੋ, ਠੀਕ ਹੈ, ਲੌਂਗ ਦੇ ਲਈ ਫਸਟ ਯੂਨਿਟ ਦੇ ਵਿੱਚੋਂ। ਤੇ ਸੈਕਿੰਡ ਦੇ ਵਿੱਚੋਂ ਗਰੋਥ ਤੇ ਹੈਰੀਡਿਟੀ ਵਾਲਾ, ਠੀਕ ਹੈ। ਇਹ ਮੈਂ ਤੁਹਾਨੂੰ ਕੁਐਸਚਨ ਦੱਸਦੀ ਕਿ ਕਿਹੜੇ ਬਣਦੇ ਨੇ। ਬਾਕੀ ਇਹਨਾਂ ਦੇ ਵਿੱਚੋਂ ਜਿਹੜਾ ਪਰਸਨਲ ਹਾਈਜੈਨਿਕ ਰਹਿ ਗਿਆ, ਠੀਕ ਹੈ, ਪਰਸਨਲ ਕਲੀਨਿੰਗਨੈਸ, ਨਿੱਜੀ ਸਫਾਈ, ਰੈਸਟ, ਆਰਾਮ, ਰਿਲੈਕਸੇਸ਼ਨ, ਸਲੀਪ, ਇਹ ਸ਼ਾਰਟ ਕੁਐਸਚਨਾਂ ਦੇ ਲਈ। ਕਾਮਨਵੈਲਥ, ਠੀਕ ਹੈ, ਸਰਮਨੀ, ਇਹਨਾਂ ਦੇ ਝੰਡਾ ਵਗੈਰਾ, ਓਲੰਪਿਕ, ਇਹ ਸਾਰੇ ਸ਼ਾਰਟ ਕੁਐਸਚਨ ਦੇ ਲਈ। ਥਰਡ ਯੂਨਿਟ ਦੇ ਵਿੱਚੋਂ ਆਪਾਂ ਤੁਹਾਨੂੰ ਕੁਐਸਚਨਸ ਦੱਸਾਂਗੇ ਸੈੱਲ ਤੇ ਮਸਲਸ, ਠੀਕ ਹੈ, ਮਾਸਪੇਸ਼ੀਆਂ ਦੇ ਵਿੱਚੋਂ। ਤੇ ਐਵੇਂ ਜਿਹੜਾ ਫੋਰਥ ਯੂਨਿਟ ਆ ਇਹਦੇ ਵਿੱਚੋਂ ਐਥਲੈਟਿਕਸ, ਠੀਕ ਹੈ, ਤੇ ਫੁੱਟਬਾਲ ਤੇ ਵਾਲੀਬਾਲ, ਇਹਦੇ ਵਿੱਚੋਂ ਆਪਾਂ ਇਹ ਐਥਲੈਟਿਕਸ ਤੇ ਫੁੱਟਬਾਲ ਵਾਲਾ ਲੌਂਗ ਕੁਐਸਚਨ ਕਰਾਂਗੇ, ਬਾਕੀ ਤੁਸੀਂ ਸ਼ਾਰਟਲੀ ਕਰਨਾ, ਠੀਕ ਹੈ। ਹਾਂਜੀ, ਹੁਣ ਜਿਵੇਂ ਫਸਟ ਯੂਨਿਟ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਬਣਦਾ ਸਰੀਰਕ ਸਿੱਖਿਆ ਕੀ ਹੈ, ਸਰੀਰਕ ਸਿੱਖਿਆ ਦੇ ਉਦੇਸ਼, ਠੀਕ ਹੈ। ਸਰੀਰਕ ਸਿੱਖਿਆ ਕੀ ਹੈ ਜਾਂ ਸਰੀਰਕ ਸਿੱਖਿਆ ਦੀ ਪਰਿਭਾਸ਼ਾ ਦਿਓ। ਇਹਦੇ ਉਦੇਸ਼ ਇੰਗਲਿਸ਼ ਦੇ ਵਿੱਚ ਰਾਈਟ ਇਨ ਡਿਟੇਲ ਦਾ ਆਬਜੈਕਟਿਵਸ ਆਫ ਫਿਜ਼ੀਕਲ ਐਜੂਕੇਸ਼ਨ ਦੇ ਆਬਜੈਕਟਿਵ, ਇਹ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਮੈਂ ਦੱਸ ਰਹੀ ਹਾਂ ਸਟੂਡੈਂਟ, ਮੋਸਟ ਇੰਪੋਰਟੈਂਟ ਨੇ। ਤੇ ਅੱਗੇ ਹੈ ਸਰੀਰਕ ਸਿੱਖਿਆ ਕੀ ਹੈ, ਠੀਕ ਹੈ, ਇਹਦਾ ਖੇਤਰ, ਭਾਵ ਕਿ ਸਰੀਰਕ ਸਿੱਖਿਆ ਦੇ ਉਦੇਸ਼ ਵੀ ਇੰਪੋਰਟੈਂਟ ਨੇ, ਤੇ ਇਹਦਾ ਖੇਤਰ ਭਾਵ ਕਿ ਸਕੋਪ, ਠੀਕ ਹੈ, ਤੇ ਇਹਦੀ ਮਹੱਤਤਾ ਨੂੰ ਇਹ ਐਵੇਂ ਵੀ ਪੁੱਛ ਸਕਦੇ ਨੇ ਕਿ ਆਧੁਨਿਕ ਸੁਸਾਇਟੀ ਦੇ ਵਿੱਚ ਕੀ ਮਹੱਤਤਾ, ਜਾਂ ਆਧੁਨਿਕ ਸਮਾਜ ਦੇ ਵਿੱਚ ਸਰੀਰਕ ਸਿੱਖਿਆ ਦਾ ਕੀ ਮਹੱਤਤਾ। ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਇਹਦੀ ਇੰਪੋਰਟੈਂਸ ਪੁੱਛੀ ਜਾਊਗੀ, ਠੀਕ ਹੈ, ਮਹੱਤਤਾ ਪੁੱਛੀ ਜਾਊਗੀ। ਉਦੇਸ਼, ਖੇਤਰ, ਤੇ ਇਹਦੇ ਨਾਲ ਲੱਗਦੇ ਹੀ ਸਰੀਰਕ ਸਿੱਖਿਆ ਐਵੇਂ ਸਿਹਤ ਸਿੱਖਿਆ ਹੋਊਗੀ, ਠੀਕ ਹੈ। ਸਿਹਤ ਸਿੱਖਿਆ ਕੀ ਹੈ, ਇਹਦੇ ਟੀਚੇ, ਉਦੇਸ਼ ਤੇ ਇਹਦੀ ਮਹੱਤਤਾ। ਹੈਲਥ ਐਜੂਕੇਸ਼ਨ, ਇਟਸ ਏਮ, ਆਬਜੈਕਟਿਵ ਐਂਡ ਇੰਪੋਰਟੈਂਸ। ਫਸਟ ਯੂਨਿਟ ਦੇ ਲਈ ਤੁਸੀਂ ਵੈਸੇ ਇਹ ਵਾਲੇ ਕੁਐਸਚਨ ਕਰ ਲਓ, ਠੀਕ ਹੈ, ਇਹਦੇ ਵਿੱਚ ਤੁਹਾਨੂੰ ਕੁਐਸਚਨ ਆ ਜਾਣਾ। ਤੇ ਉੱਥੇ ਜਿਹੜਾ ਤੁਹਾਡਾ ਪੇਪਰ ਦਾ ਸਟਰਕਚਰ ਹੋਊਗਾ, ਉਹ ਫਸਟ ਦੇ ਵਿੱਚ ਸ਼ਾਰਟ ਕੁਐਸਚਨ ਹੋਣਗੇ, ਫਿਰ ਅੱਗੇ ਸੈਕਿੰਡ ਯੂਨਿਟ ਪਾ ਕੇ ਇਸ ਯੂਨਿਟ ਦੇ ਵਿੱਚੋਂ ਕੁਐਸਚਨ ਆਉਣਗੇ, ਫਸਟ ਦੇ ਵਿੱਚੋਂ, ਫਿਰ ਸੈਕਿੰਡ ਦੇ ਵਿੱਚੋਂ, ਫਿਰ ਥਰਡ ਹੈ, ਫੋਰਥ, ਫਿਰ, ਠੀਕ ਹੈ, ਐਵੇਂ ਕੁਐਸਚਨਸ ਆਉਣਗੇ। ਬਾਕੀ ਮੈਂ ਤੁਹਾਨੂੰ ਇੱਕ ਪ੍ਰੀਵੀਅਸ ਕੁਐਸਚਨ ਪੇਪਰ ਵੀ ਦਿਖਾਊਂਗੀ। ਹਾਂਜੀ, ਉਸ ਤੋਂ ਬਾਅਦ ਯੂਨਿਟ ਸੈਕਿੰਡ ਦੇ ਵਿੱਚ ਤੁਸੀਂ ਕਿਹੜੇ ਕਰਨੇ ਨੇ? ਵਾਧਾ ਤੇ ਵਿਕਾਸ ਹੈ ਕੀ? ਪਹਿਲਾਂ ਤਾਂ ਇਹ ਤੁਸੀਂ ਯਾਦ ਕਰਨਾ ਕਿ ਵਾਧਾ ਕਿਹਨੂੰ ਕਹਿੰਦੇ ਨੇ ਤੇ ਵਿਕਾਸ ਕਿਹਨੂੰ ਕਹਿੰਦੇ ਨੇ, ਠੀਕ ਹੈ। ਤੇ ਵਾਧੇ ਨੂੰ ਵ੍ਰਿਧੀ ਵੀ ਲਿਖ ਸਕਦੇ ਹੁੰਦੇ ਨੇ, ਤੇ ਇੰਗਲਿਸ਼ ਦੇ ਵਿੱਚ ਵੀ ਸਿੱਧਾ ਵੀ ਪਾ ਦਿੰਦੇ ਨੇ ਗਰੋਥ ਤੇ ਡਿਵੈਲਪਮੈਂਟ, ਠੀਕ ਹੈ। ਵਾਧੇ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਕੁਐਸਚਨ ਦੱਸ ਰਹੇ ਮੋਸਟ ਇੰਪੋਰਟੈਂਟ ਨੇ।
ਵਾਧੇ ਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਠੀਕ ਆ, ਜਾਂ ਕਾਰਕ, ਦੋਨਾਂ ਚੋਂ ਕੁਝ ਵੀ ਲਿਖਿਆ ਆ ਸਕਦਾ ਹੁੰਦਾ, ਤੱਤ ਤੇ ਕਾਰਕ ਇੱਕੋ ਗੱਲ ਹੈ। ਫੈਕਟਰਸ ਅਫੈਕਟਿੰਗ ਗਰੋਥ ਐਂਡ ਡਿਵੈਲਪਮੈਂਟ। ਅੱਗੇ ਹੈ ਜਦ ਤੇ ਵਾਤਾਵਰਨ ਦਾ ਵਾਧੇ ਤੇ ਵਿਕਾਸ ਤੇ ਪ੍ਰਭਾਵ ਦਾ ਵਰਣਨ ਕਰਨਾ। ਵਟ ਆਰ ਦਾ ਇਫੈਕਟ ਆਫ ਹੈਰੀਡਿਟੀ ਐਂਡ ਇਨਵਾਇਰਮੈਂਟ ਔਨ ਗਰੋਥ ਐਂਡ ਡਿਵੈਲਪਮੈਂਟ। ਜਦ, ਠੀਕ ਹੈ, ਹੈਰੀਡਿਟੀ ਹੋ ਗਈ, ਵਾਤਾਵਰਨ ਹੋ ਗਿਆ, ਇਨਵਾਇਰਮੈਂਟ, ਇਹ ਵਾਧੇ ਤੇ ਵਿਕਾਸ ਤੇ ਕੀ ਇਫੈਕਟ ਪਾਉਂਦੇ ਨੇ, ਇਹ ਵਾਲਾ ਕੁਐਸਚਨ ਲੌਂਗ ਲਈ, ਠੀਕ ਹੈ। ਤੇ ਵਾਧੇ ਤੇ ਵਿਕਾਸ ਦੇ ਵਿੱਚ ਅੰਤਰ, ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ, ਠੀਕ ਹੈ। ਤੇ ਇੱਕ ਤੁਸੀਂ ਇਹ ਸ਼ਾਰਟ ਲਈ ਪੜ੍ਹ ਲੈਣਾ, ਕਿਉਂਕਿ ਕਈ ਵਾਰ ਜਿਹੜੇ ਕਿ ਲੌਂਗ ਕੁਐਸਚਨ 'ਚ ਵੀ ਐਂ ਲਿਖਿਆ ਆ ਸਕਦਾ ਹੁੰਦਾ ਕਿ ਇਹਨਾਂ ਤੇ ਨੋਟ ਲਿਖੋ, ਠੀਕ ਹੈ, ਜਿਵੇਂ 5 ਮਾਰਕਸ ਦੇ ਮੈਂ ਪਾ ਕੇ। ਕਰਨੋਲੀਕਲ ਏਜ, ਕਾਲਕ੍ਰਮਕ ਏਜ, ਐਂਡੋਮਿਕਲ ਏਜ, ਸੰਰਚਨਾਤਮਕ ਏਜ, ਫਿਜ਼ੀਓਲੋਜੀਕਲ ਏਜ, ਸਰੀਰਕ ਉਮਰ। ਉਸ ਤੋਂ ਅੱਗੇ ਹੈ ਯੂਨਿਟ 3। ਯੂਨਿਟ 3 ਦੇ ਵਿੱਚ ਤੁਸੀਂ ਸੈੱਲ ਦੀ ਬਣਤਰ, ਸੈੱਲ ਕੀ ਹੈ, ਇਹਦਾ ਕੀ ਸਟਰਕਚਰ ਆ, ਇਹ ਲਰਨ ਕਰਨਾ ਲੌਂਗ ਕੁਐਸਚਨ ਦੇ ਲਈ। ਐਕਸਪਲੇਨ ਦਾ ਸਟਰਕਚਰ ਆਫ ਸੈੱਲ, ਠੀਕ ਹੈ, ਸੈੱਲ ਦੀ ਬਣਤਰ, ਸੈੱਲ ਕੀ ਹੈ, ਸੈੱਲ ਦੀ ਬਣਤਰ, ਜਾਂ ਸੈੱਲ ਦੇ ਕਾਰਜ, ਸੈੱਲ ਦੇ ਕੀ ਕਾਰਜ ਨੇ। ਫੰਕਸ਼ਨ ਆਫ ਸੈੱਲ, ਫੰਕਸ਼ਨ ਆਫ ਸੈੱਲ, ਕਾਰਜਾਂ ਨੂੰ ਕੰਮ ਵੀ ਲਿਖਿਆ ਜਾ ਸਕਦਾ, ਸੈੱਲ ਦੇ ਕੰਮ ਲਿਖੋ ਜਾਂ ਕਾਰਜ ਲਿਖੋ। ਅਗਲਾ ਤੁਸੀਂ ਕਰਨਾ ਲੌਂਗ ਕੁਐਸਚਨ ਦੇ ਲਈ ਮਾਸਪੇਸ਼ੀਆਂ, ਮਾਸਪੇਸ਼ੀਆਂ ਦੀ ਬਣਤਰ, ਮਾਸਪੇਸ਼ੀਆਂ ਕੀ ਹੁੰਦੀਆਂ ਨੇ, ਇਹਨਾਂ ਦੀ ਬਣਤਰ। ਸਟਰਕਚਰ ਆਫ ਮਸਲਸ, ਸਟਰਕਚਰ ਆਫ ਮਸਲਸ, ਤੇ ਐਵੇਂ ਮਸਲਸ ਦਾ ਜਿਹੜੇ ਕਿ ਮਾਸਪੇਸ਼ੀਆਂ ਦਾ ਵਰਗੀਕਰਨ, ਇਹਨਾਂ ਦਾ ਕਲਾਸੀਫਿਕੇਸ਼ਨ ਆਫ ਮਸਲਸ ਜਾਂ ਕਿਸਮਾਂ ਲਿਖ ਸਕਦੇ ਆਪਾਂ, ਫਿਰ ਇਹਨਾਂ ਦੇ ਕੀ ਕੀ ਹੈਗੇ ਕਾਰਜ ਨੇ, ਠੀਕ ਹੈ। ਇਹ ਵਾਲੇ ਸੀ ਪਾਰਟ 3rd ਯੂਨਿਟ ਦੇ ਲਈ ਤੁਸੀਂ ਕਰਨੇ ਨੇ ਕੁਐਸਚਨ, 3rd ਯੂਨਿਟ ਦੇ ਵਿੱਚ ਤੁਸੀਂ ਇਹ ਵਾਲੇ ਲੌਂਗ ਕੁਐਸਚਨ ਕਰਨੇ ਨੇ। ਅੱਗੇ 4th ਯੂਨਿਟ, ਹਾਂਜੀ 4th ਯੂਨਿਟ ਦੇ ਵਿੱਚ ਐਥਲੈਟਿਕਸ ਕੀ ਹੈ, ਐਥਲੈਟਿਕਸ ਕੀ ਹੈ, ਵਰਗੀਕਰਨ ਕਰਨਾ ਇਵੈਂਟਸ ਦਾ, ਇਵੈਂਟਸ ਵਰਗੀਕਰਨ, ਇਵੈਂਟਸ ਦੇ ਜਿਹੜੇ ਕਿ ਵੱਖ-ਵੱਖ ਆਪਾਂ ਕਹਿ ਸਕਦੇ ਕਿ ਇਹਦੇ ਵੱਖ-ਵੱਖ ਅਲੱਗ-ਅਲੱਗ ਜਿਹੜੇ ਕਿ ਕੀ ਜਿਹੜੇ ਕਿ ਇਵੈਂਟਸ ਨੇ, ਇਹਨਾਂ ਦਾ ਸਾਰਿਆਂ ਦਾ ਕਲਾਸੀਫਿਕੇਸ਼ਨ ਕਰਨਾ। ਐਥਲੈਟਿਕਸ, ਵਟ ਇਜ਼ ਐਥਲੈਟਿਕਸ, ਕਲਾਸੀਫਿਕੇਸ਼ਨ ਆਫ ਇਵੈਂਟਸ। ਤੇ ਸਧਾਰਨ ਨਿਯਮ, ਟਰੈਕ ਇਵੈਂਟਸ ਦੇ, ਟਰੈਕ ਇਵੈਂਟਸ ਦੇ ਸਧਾਰਨ ਨਿਯਮ ਕਰਨੇ ਨੇ। ਤੇ ਜਾਂ ਜਿਵੇਂ ਕਿ ਸਪ੍ਰਿੰਟ ਦੌੜਾਂ ਤੇ ਜੈਵਲਿਨ ਥਰੋ ਦੇ ਨਿਯਮ ਲਿਖੋ, ਭਾਵ ਕਿ ਇਹਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਇਵੈਂਟਸ ਨੇ, ਇਹਨਾਂ ਦੇ ਤੁਸੀਂ ਨਿਯਮ, ਇਹਨਾਂ ਦਾ ਸਾਰਿਆਂ ਦੇ ਕੁਛ ਹੀ ਚੇਂਜ ਹੁੰਦੇ ਨੇ, ਬਾਕੀ ਸਭ ਦੇ ਸਿਮਿਲਰ ਹੀ ਹੁੰਦੇ ਨੇ ਨਿਯਮ, ਠੀਕ ਹੈ। ਇਹਨਾਂ ਦੇ ਨਿਯਮ ਕੁਛ ਫਰਕ ਹੁੰਦਾ। ਰਾਈਟ ਇਨ ਡਿਟੇਲ ਦਾ ਜਨਰਲ ਰੂਲਸ ਆਫ ਸਪ੍ਰਿੰਟ ਰੇਸਿਸ ਐਂਡ ਜੈਵਲਿਨ ਥਰੋ। ਨੈਕਸਟ ਹੈ ਵਾਲੀਬਾਲ ਦਾ ਕੋਰਟ ਬਣਾ ਕੇ ਇਸ ਦੇ ਨਿਯਮ ਲਿਖੋ। ਡਰਾ ਅ ਵਾਲੀ ਕੋਰਟ ਐਂਡ ਰਾਈਟ ਇਟਸ ਰੂਲਸ। ਇਹ ਵਾਲੇ ਕੁਐਸਚਨ ਤੁਸੀਂ ਡੀ ਪਾਰਟ ਦੇ ਵਿੱਚੋਂ ਕਰਨੇ ਨੇ, ਠੀਕ ਹੈ। ਸੋ ਇਹ ਕੁਐਸਚਨ ਕਰ ਲਓ। ਤੇ ਹੁਣ ਮੈਂ ਤੁਹਾਨੂੰ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦਿਖਾਉਂਦੀ ਕਿ ਕਿਵੇਂ ਦਾ ਪੇਪਰ ਆਉਂਦਾ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਤੁਹਾਨੂੰ ਕੁਐਸਚਨ ਆਉਣਗੇ ਸ਼ਾਰਟ, ਜਿਹੜੇ ਕਿ ਸਾਰੇ ਕੁਐਸਚਨ ਤੁਹਾਨੂੰ ਜ਼ਰੂਰੀ ਹੋਣਗੇ ਕਰਨੇ, ਇਹਨਾਂ ਦੇ ਵਿੱਚ ਕੋਈ ਚੁਆਇਸ ਨਹੀਂ ਹੋਊਗੀ, ਠੀਕ ਹੈ। ਹਾਂਜੀ, ਜਿਵੇਂ ਕਿ ਸਰੀਰਕ ਸਿੱਖਿਆ ਤੋਂ ਕੀ ਭਾਵ ਹੈ, ਉਹੀ ਜਿਹੜੇ ਤੁਸੀਂ ਲੌਂਗ ਕੁਐਸਚਨ ਕਰੇ ਉਹਨਾਂ ਦੇ ਚੋਂ ਸ਼ਾਰਟ ਬਣਨੇ। ਬਸ ਜਿਹੜੇ ਚੈਪਟਰ ਤੁਸੀਂ ਲੌਂਗ ਨਹੀਂ ਕਰ ਰਹੇ ਉਹਨਾਂ ਦੇ ਸ਼ਾਰਟ ਜ਼ਰੂਰ ਪੜ੍ਹ ਲਿਓ। ਸਰੀਰਕ ਸਿੱਖਿਆ ਤੋਂ ਕੀ ਭਾਵ ਹੈ, ਸਿਹਤ ਸਿੱਖਿਆ ਦੀ ਵਿਆਖਿਆ ਕਰੋ, ਓਲੰਪਿਕ ਝੰਡੇ ਬਾਰੇ ਲਿਖੋ, ਪਹਿਲੀਆਂ ਏਸ਼ੀਅਨ ਖੇਡਾਂ ਕਦੋਂ ਤੇ ਕਿੱਥੇ ਹੋਈਆਂ, ਵਾਧੇ ਬਾਰੇ ਤੁਸੀਂ ਵਾਧੇ ਬਾਰੇ ਕੀ ਜਾਣਦੇ ਹੋ, ਠੀਕ ਹੈ। ਤੇ ਨੈਕਸਟ ਹੈਗਾ ਸਰੀਰਕ ਰਚਨਾ ਉਮਰ ਤੋਂ ਕੀ ਭਾਵ ਹੈ, ਜਿਵੇਂ ਤੁਹਾਨੂੰ ਮੈਂ ਕਿਹਾ ਹੀ ਹੈ ਕਿ ਤੁਸੀਂ ਉਹ ਜਿਹੜੇ ਕਿ ਏਜ ਵਾਲੇ ਕਰ ਲੈਣੇ ਨੇ, ਕਿਉਂਕਿ ਤੁਹਾਨੂੰ ਅਲੱਗ ਤੋਂ ਵੀ ਪੁੱਛ ਸਕਦੇ ਨੇ ਤੇ ਲੌਂਗ ਕੁਐਸਚਨ 'ਚ ਵੀ ਇਕੱਠੇ ਕਰਕੇ ਪੁੱਛ ਸਕਦੇ ਨੇ। ਨਿੱਜੀ ਸਫਾਈ ਬਾਰੇ ਲਿਖੋ। ਸਰੀਰਕ ਸਿੱਖਿਆ ਬਾਰੇ ਬਾਇਓ ਮਕੈਨਿਕਸ ਤੋਂ ਕੀ ਭਾਵ ਹੈ, ਤੇ ਸਪ੍ਰਿੰਟ ਦੌੜਾਂ ਦੇ ਸਟਾਰਟ ਦੀਆਂ ਕਿਸਮਾਂ ਲਿਖੋ। ਵਾਲੀਬਾਲ ਖੇਡ ਦੇ 2 ਅਰਜਨ ਅਵਾਰਡ ਜੇਤੂ ਲਿਖੋ, ਠੀਕ ਹੈ, ਵੀ ਕਿਹਨਾਂ ਨੇ ਅਰਜਨ ਅਵਾਰਡ ਜਿੱਤਿਆ ਸੀ ਵਾਲੀਬਾਲ ਦੇ, ਉਹਨਾਂ ਬਾਰੇ ਲਿਖਣਾ। ਅੱਗੇ ਤੁਹਾਨੂੰ ਹੁਣ ਆ ਕੇ ਲੌਂਗ ਕੁਐਸਚਨ ਪਾਰਟ ਬੀ ਤੋਂ, ਤੁਹਾਡੇ ਭਾਗ ਬੀ ਤੋਂ ਤੁਹਾਡੇ ਲੌਂਗ ਕੁਐਸਚਨ ਸ਼ੁਰੂ ਹੋ ਜਾਂਦੇ। ਭਾਗ ਬੀ ਦੇ ਵਿੱਚ ਤੁਹਾਨੂੰ ਯੂਨਿਟ 1 ਦੇ ਵਿੱਚੋਂ ਕੁਐਸਚਨ ਆਉਣੇ ਨੇ, ਤੇ ਭਾਗ ਸੀ ਦੇ ਵਿੱਚ ਤੁਹਾਨੂੰ ਯੂਨਿਟ 2 ਦੇ ਵਿੱਚੋਂ ਕੁਐਸਚਨ ਆਉਣੇ ਨੇ, ਤੇ ਭਾਗ ਡੀ ਦੇ ਵਿੱਚ ਤੁਹਾਨੂੰ ਕੁਐਸਚਨ ਆਉਣੇ ਨੇ 3rd ਯੂਨਿਟ ਦੇ ਵਿੱਚੋਂ, ਤੇ ਭਾਗ ਈ ਦੇ ਵਿੱਚ ਤੁਹਾਨੂੰ ਆਉਣੇ ਨੇ 4th ਯੂਨਿਟ ਦੇ ਵਿੱਚੋਂ ਕੁਐਸਚਨ, ਠੀਕ ਹੈ, 4th ਯੂਨਿਟ ਦੇ ਵਿੱਚੋਂ ਕੁਐਸਚਨ। ਸੋ ਇਹ ਤੁਹਾਡੇ ਕੁਐਸਚਨਸ ਨੇ। ਹੁਣ ਮੈਂ ਤੁਹਾਨੂੰ ਕੁਐਸਚਨ ਦੱਸਦੀ ਕਿਹੜੇ ਪੁੱਛੇ ਹੋਏ ਨੇ ਇਹਨਾਂ ਨੇ। ਦੇਖੋ, ਸਰੀਰਕ ਸਿੱਖਿਆ ਦੇ ਉਦੇਸ਼ ਲਿਖੋ। ਮੈਂ ਤੁਹਾਨੂੰ ਕੁਐਸਚਨ ਦੱਸੇ ਨੇ ਕਿ ਇੰਪੋਰਟੈਂਟ ਨੇ, ਤੁਸੀਂ ਦੇਖੋ ਕੋਨਾਂ 'ਚੋਂ ਆਏ ਹੋਏ ਨੇ। ਤੇ ਤੁਹਾਨੂੰ ਇਹ ਆਪਾਂ ਨੇ ਕਿਹਾ ਕਿ ਤੁਸੀਂ ਸ਼ਾਰਟਲੀ ਪੜ੍ਹ ਲਓ। ਅਗਰ ਤੁਹਾਨੂੰ ਇਹਦੇ 'ਚੋਂ ਕੁਐਸਚਨ ਆਉਂਦਾ ਵੀ ਤਾਂ ਤੁਹਾਡੇ ਕੋਲ ਉੱਪਰ ਵਾਲੇ ਕੁਐਸਚਨ ਪਏ ਹੋਣਗੇ, ਸਰੀਰਕ ਸਿੱਖਿਆ ਕੀ ਹੈ ਜਾਂ ਸਿਹਤ ਸਿੱਖਿਆ ਕੀ ਹੈ, ਤੁਸੀਂ ਉਹ ਕੁਐਸਚਨ ਲਰਨ ਕਰੇ ਹੋਣਗੇ, ਠੀਕ ਹੈ। ਅਗਲਾ ਹੈ ਵਾਧੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਵੀ ਮੈਂ ਤੁਹਾਨੂੰ ਕਿਹਾ ਕਰਨਾ, ਠੀਕ ਹੈ, ਇਹ ਵੀ ਮੈਂ ਤੁਹਾਨੂੰ ਕਹਿ ਦਿੱਤਾ ਕਿ ਕਰ ਲਓ। ਵਾਤਾਵਰਨ, ਜਦ ਤੇ ਵਾਤਾਵਰਨ, ਹੈਰੀਡਿਟੀ ਤੇ ਇਨਵਾਇਰਮੈਂਟ ਵਾਧੇ ਤੇ ਵਿਕਾਸ 'ਤੇ ਕੀ ਪ੍ਰਭਾਵ ਪਾਉਂਦੇ ਨੇ।
ਤੇ ਅੱਗੇ ਭਾਗ ਡੀ ਦੇ ਵਿੱਚ ਪੁੱਛੇ ਹੋਏ ਨੇ ਸੈੱਲ ਦੀ ਬਣਤਰ, ਇਹ ਵੀ ਤੁਹਾਨੂੰ ਮੈਂ ਕਿਹਾ। ਇੱਕ ਆਪਾਂ ਨੇ ਮਾਸਪੇਸ਼ੀਆਂ ਵਾਲਾ ਕੀਤਾ, ਠੀਕ ਹੈ। ਆਪਾਂ ਨੂੰ ਤੁਹਾਨੂੰ ਦੋਨਾਂ ਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਪੱਕਾ ਮਿਲੇ ਜਾਣਾ, ਕਿਉਂਕਿ ਆਪਾਂ ਉਸ ਹਿਸਾਬ ਦੇ ਨਾਲ ਹੀ ਕੁਐਸਚਨਸ ਦੇਖੇ ਨੇ, ਕਿਉਂਕਿ ਜਿਵੇਂ ਹਰ ਚੈਪਟਰ 'ਚੋਂ ਕੁਐਸਚਨ ਜਾਂਦੇ ਨੇ। ਅੱਗੇ ਪਾਚਨ ਪ੍ਰਣਾਲੀ ਦੇ ਕੰਮ ਪੁੱਛੇ ਹੋਏ ਨੇ ਇਹਨਾਂ ਦੇ ਵਿੱਚ। ਤੇ ਭਾਗ ਈ ਦੇ ਵਿੱਚ ਜਿਹੜੇ ਕਿ ਡੀ ਪਾਰਟ ਦੇ ਵਿੱਚੋਂ ਕੁਐਸਚਨ ਪੁੱਛੇ ਹੋਏ ਨੇ, ਸਪ੍ਰਿੰਟ ਦੌੜਾਂ ਤੇ ਜੈਵਲਿਨ ਥਰੋ ਦੇ ਨਿਯਮ, ਠੀਕ ਹੈ, ਜਾਂ ਵਾਲੀਬਾਲ ਦਾ ਕੋਰਟ ਬਣਾ ਕੇ ਇਹਦੇ ਨਿਯਮ। ਸੋ ਇਹ ਸੀ ਤੁਹਾਡੇ ਇੰਪੋਰਟੈਂਟ ਕੁਐਸਚਨਸ ਤੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੇ ਪੇਪਰ ਦਾ ਪੈਟਰਨ, ਠੀਕ ਹੈ। ਸੋ ਇਹੀ ਤੁਹਾਡਾ ਪਾਸਿੰਗ ਫਾਰਮੂਲਾ ਕਿ ਤੁਸੀਂ ਜਿਹੜੇ ਮੈਂ ਕੁਐਸਚਨ ਦੱਸੇ ਨੇ ਉਹੀ ਤੁਸੀਂ ਕਰ ਲਓ, ਤੁਸੀਂ ਆਰਾਮ ਨਾਲ ਐਨ ਵਧੀਆ ਮਾਰਕਸ ਲੈ ਕੇ ਪਾਸ ਹੋ ਜਾਓਗੇ। ਥੈਂਕਸ।